ਇਹ ਵੀਡੀਓ ਉਹਨਾਂ ਸਾਰੇ ਬੱਚਿਆਂ ਲਈ ਬਣਾ ਰਿਹਾ ਮੈਂ ਜਿਨ੍ਹਾਂ ਨੂੰ ਪਿਛਲੇ ਦਿਨੀ ਬਹੁਤ ਕਨਫਿਊਜ਼ਨ ਹੋਈ ਕਿ 5.5 ਬੈਂਡ ਕਿੰਨੇ ਮੋਡਿਊਲਸ 'ਚ ਹੋਵੇ ਤਾਂ ਐਕਸੈਪਟ ਹੋਊਗਾ ਕੈਨੇਡਾ ਦੇ ਵਿੱਚ। ਮੇਰਾ ਇੱਕ ਮੋਡਿਊਲ 'ਚ ਬਹੁਤ ਸਾਰੇ ਕਮੈਂਟ ਆਏ ਸਾਡੇ ਕੋਲ। ਹੁਣ ਕਈ ਬੱਚਿਆਂ ਨੂੰ ਜਿਵੇਂ ਕਨਫਿਊਜ਼ਨ ਹੈ ਕਿ ਉਹਨਾਂ ਦੇ ਦੋ ਮੋਡਿਊਲ 'ਚ 5.5 ਹੈ ਤੇ ਓਵਰਆਲ 6 ਹੈ, ਉਹ ਜਾ ਸਕਦੇ ਆ ਕਿ ਨਹੀਂ? ਉਹ ਬਿਲਕੁਲ ਜਾ ਸਕਦੇ ਆ। ਇਹ ਰੂਲ ਹਾਲੇ ਆਇਆ ਨਹੀਂ ਹੈ ਬਟ ਇਹ 10th ਅਗਸਤ ਤੋਂ ਐਪਲੀਕੇਬਲ ਹੋਊਗਾ। ਕਿਸੇ ਦੇ ਤਿੰਨ ਮੋਡਿਊਲਸ ਵੀ 5.5 ਹੋ ਸਕਦੇ ਆ ਤੇ ਇੱਕ ਮੋਡਿਊਲ 'ਚ ਮੰਨ ਲਓ 8 ਆ ਗਏ, ਤਿੰਨ 'ਚ 5.5 ਆ, ਜਿਹੜਾ ਕਿ ਬੜਾ ਅਨਲਾਈਕਲੀ ਹੈ। ਬਟ ਫॉर ਐਗਜ਼ਾਮਪਲ ਮੈਂ ਐਗਜ਼ਾਮਪਲ ਲਈ ਦੱਸ ਰਿਹਾ ਤੁਹਾਨੂੰ, ਜੇ ਤਾਂ ਹੋਵੇ ਤੇ ਤਾਂ ਵੀ ਓਵਰਆਲ 6 ਬਣ ਗਿਆ ਤਾਂ ਵੀ ਤੁਸੀਂ ਜਾ ਸਕਦੇ ਹੋ। ਸਿਰਫ ਓਵਰਆਲ 6 ਦਾ ਕ੍ਰਾਈਟੇਰੀਆ ਰਹਿ ਜਾਣਾ ਆਫਟਰ 10th ਅਗਸਟ ਅੰਡਰ SDS। ਬਿਨਾ SDS ਦੇ ਤਾਂ ਹੁਣ ਵੀ ਤੁਸੀਂ 6 ਤੋਂ ਘੱਟ ਵਾਲੀ ਫਾਈਲ ਲਾ ਸਕਦੇ ਹੋ, ਬਟ SDS ਦੇ ਅੰਡਰ ਵੀ ਤੁਸੀਂ ਓਵਰਆਲ 6 ਬੈਂਡ ਵਾਲੀ ਫਾਈਲ ਲਗਾ ਪਾਓਗੇ ਆਫਟਰ 10th ਅਗਸਟ। ਹੁਣ ਇਹਦੇ ਵਿੱਚ ਕਈ ਬੱਚਿਆਂ ਨੇ ਸਵਾਲ ਕੀਤਾ ਕਿ ਜਿਵੇਂ ਕਿ ਆਫੀਸ਼ੀਅਲ ਅਨਾਉਂਸਮੈਂਟ ਹੈ ਨਹੀਂ ਕੋਈ IRCC ਵੱਲੋਂ ਇਸ ਦੇ ਬਾਰੇ। ਇਹਦੇ ਬਾਰੇ ਮੈਂ ਇੱਕ ਚੀਜ਼ ਤੁਹਾਨੂੰ ਕਹੂੰਗਾ, IRCC ਵੱਲੋਂ ਹਾਲੇ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਹੈ ਬਟ ਉਹ ਪਾਈਪਲਾਈਨ 'ਚ ਹੈ। ਉਹਨਾਂ ਨੂੰ ਹਾਲੇ ਸ਼ੋਰ ਨਹੀਂ ਹੈ ਕਿ ਕੀ ਚੀਜ਼ਾਂ ਹੋਣਗੀਆਂ ਤੇ ਕੀ ਰੈਪਰਕਸ਼ਨਸ ਹੋ ਸਕਦੇ ਆ, ਬਟ ਇੰਟਰਨਲ ਚੈਨਲ 'ਚ ਸਾਡੇ ਇੰਟਰਨਲ ਚੈਨਲ ਹੁੰਦੇ ਆ ਇਨਫੋਰਮੇਸ਼ਨ ਦੇ, ਉਹਨਾਂ 'ਚ ਜ਼ਰੂਰ ਇਨਫੋਰਮੇਸ਼ਨ ਆ ਚੁੱਕੀ ਹੈ। ਜੇ ਤੁਸੀਂ ਦੇਖੋਗੇ ਤਾਂ IDP ਦੀ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਇਹ ਦਿੱਤਾ ਹੋਇਆ। ਹੁਣ ਇਸ ਦੇ ਬਾਅਦ ਵੀ ਕਈ ਸਟੂਡੈਂਟ ਸ਼ੱਕ ਕਰਦੇ ਆ ਕਿ ਇਹ ਤਾਂ IDP ਨੇ ਦਿੱਤਾ, IRCC ਨੇ ਨਹੀਂ ਦਿੱਤਾ। ਇੱਥੇ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ IDP ਬੜੀ ਹੀ ਕ੍ਰੈਡੀਬਲ ਆਰਗੇਨਾਈਜੇਸ਼ਨ ਹੈ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ। ਤੁਸੀਂ ਇਦਾਂ IDP ਕੁਝ ਵੀ ਬਿਨਾਂ ਸੋਚੇ ਸਮਝੇ ਕੁਝ ਅਨਾਉਂਸ ਨਹੀਂ ਕਰ ਸਕਦੀ। ਉਹਦੇ ਕੋਲ ਕੰਕਰੀਟ ਇਨਫੋਰਮੇਸ਼ਨ ਹੈ, ਤਾਂ ਹੀ ਉਹਨਾਂ ਨੇ ਉਹ ਅਨਾਉਂਸ ਕੀਤਾ ਹੈ ਕਿ ਹੁਣ IELTS 'ਚ ਘੱਟ ਸਕੋਰ ਵਾਲਾ ਵੀ ਐਕਸੈਪਟ ਹੋਊਗਾ। ਦੂਜੀ ਗੱਲ, ਜੇ ਫਿਰ ਵੀ ਕਿਸੇ ਨੂੰ ਸ਼ੱਕ ਹੈ ਤਾਂ ਤੁਸੀਂ 10th ਅਗਸਤ ਤੱਕ ਵੇਟ ਕਰ ਸਕਦੇ ਹੋ। ਤੁਸੀਂ ਕੋਈ ਐਕਸ਼ਨ ਨਾ ਲਓ, ਹਾਲੇ ਜ਼ਿਆਦਾ ਦੂਰ ਨਹੀਂ ਹੈ ਆਪਣੇ ਕੋਲ। ਕਿੰਨਾ ਜੂਨ ਚੱਲ ਰਿਹਾ, ਜੂਨ ਜੁਲਾਈ ਅਗਸਤ, ਮੇਰੇ ਖਿਆਲ 2-2.5 ਮਹੀਨੇ ਦੀ ਗੱਲ ਹੈ। ਤੇ ਤੁਸੀਂ 2-2.5 ਮਹੀਨੇ ਬਾਅਦ ਇਹਦੇ ਤੇ ਐਕਸ਼ਨ ਲੈ ਲਿਓ। ਤੁਸੀਂ 2 ਮਹੀਨੇ ਵੇਟ ਕਰ ਸਕਦੇ ਹੋ। ਜਿਹੜੇ ਬੱਚਿਆਂ ਦਾ ਐਕਸਪਾਇਰ ਹੋਣ ਵਾਲਾ IELTS ਦਾ ਸਕੋਰ, ਉਹਨਾਂ ਨੂੰ ਹੁਣੇ ਐਕਸ਼ਨ ਦੀ ਲੋੜ ਹੈ, ਉਹ ਹੁਣ ਫਾਈਲ ਲਗਾ ਸਕਦੇ ਆ। ਬਟ ਇੱਕ ਹੋਰ ਇਹਦੇ ਵਿੱਚ ਇੱਕ ਕੁਐਸਚਨ ਵਾਲੀ ਗੱਲ ਹੈ ਕਿ SDS ਦੇ ਅੰਡਰ IRCC ਐਕਸੈਪਟ ਕਰੂਗਾ, ਐਮਬੈਸੀ ਐਕਸੈਪਟ ਕਰੂਗੀ ਕਿ ਤੁਹਾਡਾ ਜੇ ਘੱਟ ਵੀ ਸਕੋਰ ਆ ਤਾਂ ਤੁਸੀਂ ਫਾਈਲ ਲਾ ਸਕਦੇ ਹੋ। ਬਟ ਤੁਸੀਂ ਜਿਹੜੇ ਕਾਲਜ ਦੇ ਵਿੱਚ ਲਾਉਣਾ ਚਾਹੁੰਦੇ ਹੋ, ਉਹ ਕਾਲਜ ਦਾ ਕ੍ਰਾਈਟੇਰੀਆ ਅਲੱਗ ਹੋ ਸਕਦਾ ਹੈ। ਉਹ ਕਾਲਜ ਐਕਸੈਪਟ ਕਰ ਸਕਦਾ, ਰਿਜੈਕਟ ਕਰ ਸਕਦਾ, ਉਹ ਕਾਲਜ ਦੀ ਆਪਣੀ ਮਰਜ਼ੀ ਹੈ। ਫॉर ਐਗਜ਼ਾਮਪਲ ਮੇਰੇ ਕੋਲ ਕੋਈ ਇੰਟਰਵਿਊ ਦੇਣ ਆਉਂਦਾ ਬੰਦਾ, ਤਾਂ ਲੈਟਸ ਸੇ ਮੇਰੇ ਕੋਲ ਇੱਕ 70% ਮਾਰਕਸ ਵਾਲਾ ਬੰਦਾ ਇੰਟਰਵਿਊ ਦੇਣ ਆਇਆ, ਇੱਕ 50% ਮਾਰਕਸ ਵਾਲਾ ਬੰਦਾ ਇੰਟਰਵਿਊ ਦੇਣ ਆਇਆ। ਮੈਂ ਕੋਈ ਕ੍ਰਾਈਟੇਰੀਆ ਨਹੀਂ ਰੱਖਿਆ, ਮੈਂ ਕਿਹਾ ਵੀ ਜਿਹੜਾ ਮਰਜ਼ੀ ਆ ਜਾਓ, ਚਾਹੇ 30% ਆ ਜਾਓ, ਬਸ ਪਾਸ ਹੋਣਾ ਚਾਹੀਦਾ। ਤੇ ਬਟ ਜੇ ਕੋਈ 70% ਵਾਲਾ ਆਇਆ ਤਾਂ ਮੈਂ ਉਹਨੂੰ ਹੀ ਪ੍ਰੈਫਰੈਂਸ ਦਊਂਗਾ। ਇਹ ਇੱਕ ਲੌਜੀਕਲ ਗੱਲ ਹੈ। ਤਾਂ ਇਦਾਂ ਹੀ ਤੁਸੀਂ ਕਾਲਜ 'ਚ ਜਿੱਥੇ ਐਪਲੀਕੇਸ਼ਨ ਲਾਓਗੇ, ਤੁਹਾਡੇ 5.5 ਬੈਂਡ ਹੈ, ਤੁਸੀਂ ਲਾ ਦਿਓ ਐਪਲੀਕੇਸ਼ਨ, ਤੁਹਾਡੀ ਲੱਗ ਜਾਊਗੀ। ਬਟ ਜੇ ਉਹਨਾਂ ਕੋਲ ਉੱਪਰ ਵਾਲੇ ਸਕੋਰ ਵਾਲਾ ਸਟੂਡੈਂਟ ਹੋਊਗਾ, ਕੋਈ ਐਪਲੀਕੈਂਟ ਹੋਊਗਾ, ਤਾਂ ਆਫ ਕੋਰਸ ਦੇ ਵਿਲ ਪ੍ਰੈਫਰ ਦੈਟ ਐਪਲੀਕੈਂਟ। ਹੁਣ ਰਹਿ ਗਈ ਗੱਲ, ਜਿਵੇਂ ਮੈਂ ਕੁਐਸਚਨਸ ਲਿਖੇ ਹੋਏ ਆ ਬੱਚਿਆਂ ਨੇ ਕੀ ਪੁੱਛੇ, ਜੇ ਆਪਾਂ ਇਹਨੂੰ ਲੌਜੀਕਲੀ ਵੀ ਸੋਚੀਏ ਕਿ ਕਿਉਂ ਇਦਾਂ ਹੋਇਆ, ਕਿ ਆਪਾਂ ਕ੍ਰਾਈਟੇਰੀਆ ਕਿਉਂ ਘਟਾਇਆ, IRCC ਨੇ ਕ੍ਰਾਈਟੇਰੀਆ ਕਿਉਂ ਘਟਾਇਆ, ਉਹਦਾ ਰੀਜ਼ਨ ਇਹ ਹੈ ਕਿ ਪਿੱਛੇ ਤੁਸੀਂ ਨਿਊਜ਼ ਦੇਖੀ, ਉਹ ਤਾਂ ਕਨਫਰਮ ਨਿਊਜ਼ ਹੈ ਕਿ 4 ਹੋਰ ਟੈਸਟ ਤੁਸੀਂ ਦੇ ਕੇ SDS ਦੇ ਅੰਡਰ ਫਾਈਲ ਲਾ ਸਕਦੇ ਹੋ। PT ਤੇ KL ਤੇ SELPIP ਤੇ IELTS ਜਨਰਲ, ਇਦਾਂ TOEFL ਵੀ ਦੇ ਸਕਦੇ ਹੋ। ਹੁਣ ਜਦੋਂ ਇਹ ਸਾਰੇ ਟੈਸਟ ਅਲਾਉਡ ਹੋ ਗਏ ਤਾਂ IELTS ਦੀ ਵੈਲਿਊ ਘਟ ਜੂਗੀ, ਬੱਚੇ IELTS ਦੇਣਾ ਘਟਾ ਦੇਣਗੇ, ਕਿਉਂਕਿ ਬੱਚਿਆਂ ਦੇ ਮਨ 'ਚ ਪਹਿਲਾਂ ਹੀ ਹੈ ਕਿ ਉਹ PT ਜ਼ਿਆਦਾ ਆਸਾਨ ਹੁੰਦਾ, PT 'ਚ ਜਲਦੀ ਸਕੋਰ ਆ ਜਾਂਦਾ। ਹੁਣ PT ਦਾ ਕ੍ਰਾਈਟੇਰੀਆ ਹੈ 60, ਇਹ ਤਾਂ ਤੁਸੀਂ ਦੇਖ ਲਿਆ IRCC ਦੀ ਆਫੀਸ਼ੀਅਲ ਵੈਬਸਾਈਟ ਤੇ। ਜਦੋਂ PT ਦਾ ਕ੍ਰਾਈਟੇਰੀਆ ਓਵਰਆਲ 60 ਹੈ ਔਰ ਅੰਦਰ ਵਾਲੇ ਮੋਡਿਊਲਸ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ, ਜਿੰਨਾ ਮਰਜ਼ੀ ਸਕੋਰ ਹੋਵੇ, ਤਾਂ IELTS ਦਾ ਵੀ ਇਹਨਾਂ ਨੂੰ ਕਰਨਾ ਹੀ ਪਊਗਾ। IELTS ਬ੍ਰਿਟਿਸ਼ ਗਵਰਨਮੈਂਟ ਦਾ ਬਹੁਤ ਰੈਕੋਗਨਾਈਜ਼ਡ ਟੈਸਟ ਹੈ ਐਂਡ ਬ੍ਰਿਟਿਸ਼ ਗਵਰਨਮੈਂਟ ਦਾ ਪ੍ਰੈਸ਼ਰ ਹੈ ਕੈਨੇਡੀਅਨ ਗਵਰਨਮੈਂਟ ਦੇ ਉੱਪਰ ਬਹੁਤ। ਜੇ IELTS ਨੂੰ ਨਹੀਂ ਕਰਨਗੇ ਤਾਂ IELTS ਖਤਮ ਹੋ ਜਾਊਗਾ ਬਿਲਕੁਲ। ਇਦਾਂ ਕੈਨੇਡੀਅਨ ਗਵਰਨਮੈਂਟ ਕਰ ਨਹੀਂ ਸਕਦੀ, ਇਸ ਲਈ ਉਹਨਾਂ ਨੂੰ IELTS ਦਾ ਕ੍ਰਾਈਟੇਰੀਆ ਵੀ ਘਟਾਉਣਾ ਹੀ ਪੈਣਾ IRCC ਨੂੰ, ਜਿਹੜੀ ਕਿ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਆਫੀਸ਼ੀਅਲੀ ਅਨਾਉਂਸ ਕਰਨਾ ਬਾਕੀ ਰਹਿ ਗਿਆ ਬਸ। ਬਟ ਜੇ ਤੁਸੀਂ ਉਸ ਅਨਾਉਂਸਮੈਂਟ ਦੀ ਵੇਟ ਕਰਨੀ ਹੈ ਤਾਂ ਤੁਸੀਂ 2 ਮਹੀਨੇ ਹੋਰ ਵੇਟ ਕਰ ਸਕਦੇ ਹੋ। ਕੋਈ ਵੀ ਹੋਰ ਡਾਊਟ ਤੁਹਾਨੂੰ ਜੇ ਇਹਦੇ ਚ ਆਉਂਦਾ ਤਾਂ ਕਮੈਂਟਸ 'ਚ ਤਾਂ ਪੁੱਛੋ ਹੀ ਪੁੱਛੋ, ਉੱਥੇ ਵੀ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਰਿਪਲਾਈ ਕਰਨ ਦੀ। ਬਟ ਤੁਸੀਂ ਜੇ ਇੱਕ WhatsApp ਨੰਬਰ ਸਕਰੀਨ ਤੇ ਤੁਹਾਨੂੰ ਦਿਖ ਰਿਹਾ ਹੈ, ਇਸ ਨੰਬਰ ਦੇ ਉੱਪਰ WhatsApp ਕਰਕੇ ਪੁੱਛ ਸਕਦੇ ਹੋ। ਇੱਥੇ ਤੁਹਾਨੂੰ 100% ਰਿਪਲਾਈ ਮਿਲੂਗਾ ਇਸ ਨੰਬਰ ਦੇ ਉੱਪਰ। ਹੁਣ ਇੱਕ ਬੜਾ ਵੱਡਾ ਫੈਕਟਰ ਹੈ ਇਹਦੇ ਵਿੱਚ ਕਿ ਕਿਉਂ ਇਹ ਸਾਰਾ ਕੁਝ ਕੀਤਾ ਗਿਆ, ਕਿਉਂ 4 ਟੈਸਟ ਹੋਰ ਅਲਾਉ ਕੀਤੇ ਗਏ SDS ਦੇ ਅੰਡਰ। ਇਹਦਾ ਰੀਜ਼ਨ ਇਹ ਹੈ ਕਿ ਕੈਨੇਡੀਅਨ ਗਵਰਨਮੈਂਟ ਨੂੰ, ਕੈਨੇਡਾ ਨੂੰ ਐਜ਼ ਅ ਕੰਟਰੀ ਬਹੁਤ ਸਾਰੇ ਇਮੀਗ੍ਰੈਂਟ ਵਰਕਰ ਹੋਰ ਚਾਹੀਦੇ ਅਗਲੇ ਆਉਣ ਵਾਲੇ 2 ਸਾਲਾਂ ਦੇ ਵਿੱਚ। ਹਾਲੇ ਤੱਕ ਉੱਥੇ
4-5 ਲੱਖ ਬੰਦੇ ਇੱਕ ਸਾਲ ਦੇ ਜਾ ਰਹੇ ਆ, ਨੈਕਸਟ ਈਅਰ ਔਨਵਰਡਸ ਉਹਨਾਂ ਦੀ ਰਿਕੁਆਇਰਮੈਂਟ ਹੈ 8 ਤੋਂ 9 ਲੱਖ ਬੰਦੇ ਉਹਨਾਂ ਨੂੰ ਚਾਹੀਦੇ ਆ, ਜਿੰਨੇ ਕਿ ਆਪਣੇ ਬੱਚਿਆਂ ਦਾ ਉਹਨਾਂ ਸਕੋਰ ਅਚੀਵ ਨਹੀਂ ਹੁੰਦਾ, ਤੇ ਉਸ ਸਕੋਰ ਨਾਲ ਜੇ ਉਹ ਸਕੋਰ ਦੀ ਰਿਕੁਆਇਰਮੈਂਟ ਉਹੀ ਰੱਖਣ ਤਾਂ ਉਸ ਸਕੋਰ ਨਾਲ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਨਹੀਂ ਹੋਣੀ ਕਿ ਉਹਨਾਂ ਨੂੰ 8-9 ਲੱਖ ਐਪਲੀਕੈਂਟ ਨਹੀਂ ਮਿਲਣੇ ਸਟੱਡੀ ਵੀਜ਼ਾ ਦੇ ਥਰੂ। ਤੇ ਇਸ ਲਈ ਉਹਨਾਂ ਨੇ ਕ੍ਰਾਈਟੇਰੀਆ ਵੀ ਘਟਾਇਆ ਔਰ ਇਸੇ ਲਈ ਉਹਨਾਂ ਨੇ ਹੋਰ ਟੈਸਟ ਵੀ ਅਲਾਉ ਕੀਤੇ। ਇਹ ਟੈਸਟ ਜਿਹੜੇ ਆਪਾਂ ਦੇਣੇ ਆ, ਜਿਵੇਂ ਪੀਟੀ ਹੋ ਗਿਆ, ਪੀਟੀ ਅਲਾਉ ਕਰ ਦਿੱਤਾ, ਟੋਫਲ ਅਲਾਉ ਕਰ ਦਿੱਤਾ ਕਿ ਕੋਈ ਬੱਚਾ ਕੋਈ ਵੀ ਟੈਸਟ ਦੇ ਕੇ ਆ ਜਾਓ, ਜਿਹੜੇ ਵੀ ਰੈਕਗਨਾਈਜ਼ਡ ਟੈਸਟ ਹੈ ਇੰਟਰਨੈਸ਼ਨਲੀ। ਸੋ ਇਹ ਮੇਰਾ ਟੇਕ ਹੈ ਇਹਦੇ ਉੱਪਰ। ਅਗੇਨ ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਾ, ਜੇ ਤੁਸੀਂ ਫਿਰ ਵੀ 100% ਕਨਫਰਮੇਸ਼ਨ ਤੁਹਾਨੂੰ ਚਾਹੀਦੀ ਹੈ IRCC ਤੋਂ, ਤਾਂ ਤੁਸੀਂ 2 ਮਹੀਨੇ ਵੇਟ ਕਰਕੇ ਫਿਰ ਹੀ ਫਾਈਲ ਲਾਓ। ਦੂਜੀ ਗੱਲ, ਜੇ ਤੁਸੀਂ ਤੁਹਾਡੀ ਫਾਈਲ 10th ਅਗਸਤ ਤੋਂ ਬਾਅਦ ਹੀ ਲੱਗਣੀ ਹੈ, ਕਾਲਜ ਦੇ ਵਿੱਚ ਤੁਸੀਂ ਹੁਣੇ ਅਪਲਾਈ ਕਰ ਸਕਦੇ ਹੋ, ਬਟ ਤੁਸੀਂ ਇਹ ਧਿਆਨ ਰੱਖਿਓ ਕਿ ਤੁਹਾਡਾ ਸਕੋਰ ਐਟਲੀਸਟ ਦਸੰਬਰ 2023 ਤੱਕ ਵੈਲਿਡ ਹੋਵੇ ਜੇ ਤੁਸੀਂ ਇਸ ਸਿਸਟਮ ਦੇ ਥਰੂ ਲਾਉਣੀ ਹੈ। ਕਿ ਇਹ ਨਾ ਹੋਵੇ ਕਿ ਤੁਹਾਡਾ ਸਕੋਰ ਆਪਾਂ 10th ਅਗਸਤ ਨੂੰ ਫਾਈਲ ਲਾਉਣੀ ਹੈ, ਸਕੋਰ ਤੁਹਾਡਾ ਐਕਸਪਾਇਰ ਹੋ ਰਿਹਾ ਹੋਵੇ 15 ਅਗਸਤ ਨੂੰ ਜਾਂ ਅਗਸਤ ਐਂਡ ਤੱਕ, ਇਦਾਂ ਨਾ ਹੋਵੇ। ਸਕੋਰ ਤੁਹਾਡਾ ਐਟਲੀਸਟ ਦਸੰਬਰ ਤੱਕ ਵੈਲਿਡ ਹੋਣਾ ਚਾਹੀਦਾ, ਤਾਂ ਹੀ ਤੁਸੀਂ ਇਸ ਪ੍ਰੋਸੈਸ ਦੀ ਵੇਟ ਕਰੋ, ਅਦਰਵਾਈਜ਼ ਤੁਹਾਨੂੰ ਆਇਲਸ ਦੁਬਾਰਾ ਦੇਣਾ ਹੀ ਪੈਣਾ। ਅੱਜ ਲਈ ਇੰਨਾ ਹੀ। ਜੇ ਇਦਾਂ ਦੇ ਕੋਈ ਹੋਰ ਕੁਐਸਚਨ ਹੋਣ ਤਾਂ ਜ਼ਰੂਰ ਮੈਨੂੰ ਕਮੈਂਟਸ ਪੁੱਛੋ, ਮੈਂ ਜ਼ਰੂਰ ਤੁਹਾਡੇ ਲਈ ਉਹ ਹੈਲਪ ਕਰੂੰਗਾ ਤੁਹਾਡੇ ਵੀਡੀਓ ਬਣਾ ਕੇ।